सुन उपदेश सुन उपदेश सुन उपदेश सुन उपदेश पूरे गुर का सुन उपदेश पूरे गुर का सुन उपदेश। सतनाम वाहिगुरु साहिब जीओ। आसा महला तीजा। दोहागणी महल ना पायनी, ना जानन पिर का सुआओ। फिका बोले नानवे, दूजा भाओ सुआओ। दोहागणी महल ना पायने, ना जानन पिर का सुआओ। फिका बोले नान वह, दूजा भाओ सुआओ। एह मनुआ क्यों कर वस आवा, गुर प्रसादे ठाकिया। ज्ञान मति घर आवै रहाओ। सुहागणी आप सवारियो न, लाए प्रेम प्यार। सतगुर कै पाणे चलदियां, नामे सहज शिंगार। सदा रावै पिर अपना, सच्ची सेज सुभाए। पिर कै प्रेम मोहिया, मिल प्रीतम सुख पाए। ज्ञान अपार श्रृंगार है, शोभावंती नार। सास बराई सुंदरी, पिर का हेतु प्यार। सुहागणी विच रंग रखियो न, सच्चा अलख अपार। सतगुर सेवन अपना, सच्चा भाए प्यार। सुहागणी श्रृंगार बनाया, गुण का गलहार। प्रेम पिरमल तन लावना, अंतर रतन विचार। भगत रते से उत्तमा, जत पत शब्दे होए। बिना नावै सब नीच जात है, बिष्टा का कीड़ा होए। हाँ हाँ कर दे सब फिरै, बिन शब्द हाँ न जाए। नानक नाम रतै तिन हाँ मैं गई, सच्चा रह समाए। हाँ हाँ कर दी सब फिरै, बिन शब्द हाँ न जाए। नानक नाम रते तिन हाँ मैं गए, सच्चा रहे समाए। वाहिगुरु जी का खालसा, वाहिगुरु जी की फतेह। परम सन्मानयोग वालिए कुल आलम, सरवरे कायनात, दीन दुनिया दे रहबर, जुगो जुग अटल सतगुरु श्री गुरु ग्रंथ साहब जी महाराज, तिन्हां दी अपार बख्शिश मेहरामत हुई है, जो सतगुरु जियां ने अज दा फरमान सचखंड श्री हरमंदर साहिब तो सानू दिता है। अज दा हुक्म दाते ने दिता है। इस पावन हुक्म दे विच सिख ने की करना, सिख वास्ते की हुक्म, जिंदगी दे विच की कमाउणा है, ये दाते ने अज दे हुक्म दे विच सानू
ਦੱਸਣਾ ਕੀਤਾ ਹੈ। ਦਾਤਾ ਕਿਰਪਾ ਕਰਨ ਇਸ ਪਾਵਨ ਹੁਕਮ ਦੇ ਵਿੱਚ ਮੇਰੇ ਪਾਤਸ਼ਾਹ ਸਾਹਿਬ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿਨਾਂ ਨੇ ਅੱਜ ਦਾ ਹੁਕਮਨਾਮਾ ਸਾਨੂੰ ਆਸਾ ਰਾਗ ਦੇ ਵਿੱਚ ਦਿੱਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 426 ਅੰਗ ਉੱਪਰ ਸੁਭਾਇਮਾਨ ਹੈ। ਦਾਤੇ ਨੇ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਵਾਇਆ। ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਆਪਣੇ ਘਰਾਂ ਦੇ ਅੰਦਰ, ਘਰ ਦੇ ਅੰਦਰ ਆਪਣੀ ਗ੍ਰਸਤੀ ਜੀਵਨ ਦੇ ਵਿੱਚ ਦਾਤੇ ਨੇ ਇਹ ਹੁਕਮਨਾਮੇ ਨੂੰ ਹੁਕਮ ਦੇ ਨਾਲ ਜੋੜ ਕੇ ਦੱਸਿਆ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਗ੍ਰਸਤ ਧਰਮ ਨੂੰ ਅਪਣਾਉਂਦੇ ਹਾਂ ਤੇ ਗ੍ਰਸਤ ਧਰਮ ਦੇ ਵਿੱਚ ਦੋ ਤਰ੍ਹਾਂ ਦੀ ਇਸਤਰੀ ਦਾ ਜ਼ਿਕਰ ਆਇਆ। ਇੱਕ ਇਸਤਰੀ ਉਹ ਜਿਹੜੀ ਆਪਣੇ ਪਤੀ ਦੇ ਨਾਲ ਵਿਆਹਣ ਤੋਂ ਬਾਅਦ ਸੁਹਾਗਣ ਅਖਵਾਉਂਦੀ ਹੈ। ਇੱਕ ਪਤਨੀ ਉਹ ਜਿਹੜੇ ਪ੍ਰਭੂ ਪਤੂ ਨੂੰ ਛੱਡ ਕੇ ਦੁਨੀਆ ਦੇ ਵਿੱਚ ਉਹਨੂੰ ਦੁਹਾਗਣ ਗਿਣਿਆ ਜਾਂਦਾ। ਦਾਤੇ ਨੇ ਦੋ ਤਰ੍ਹਾਂ ਦੀ ਇਸਤਰੀ ਦਾ ਇਸ ਪਾਵਨ ਹੁਕਮ ਦੇ ਵਿੱਚ ਜ਼ਿਕਰ ਕਰਵਾਇਆ, ਸਾਨੂੰ ਸਮਝਾਉਣ ਦਾ ਯਤਨ ਕਰਵਾਇਆ। ਔਰ ਇਸਤਰੀ ਜਿਹੜੀ ਦੁਹਾਗਣ ਹੁੰਦੀ ਹੈ ਉਹ ਕਿਉਂ ਆਪਣੇ ਪਤੀ ਦੇ ਨਾਲੋਂ ਵਿਛੜ ਜਾਂਦੀ ਹੈ, ਇਹਦਾ ਕਾਰਨ ਦਾਤੇ ਨੇ ਇਸ ਪਾਵਨ ਹੁਕਮਨਾਮੇ ਦੇ ਵਿੱਚ ਸਾਨੂੰ ਦਿੱਤਾ ਹੈ। ਆਓ ਇਸ ਪਾਵਨ ਹੁਕਮਨਾਮੇ ਦੀ ਅਸੀਂ ਵਿਚਾਰ ਸ਼ਰਵਣ ਕਰੀਏ ਜੀ। ਰਹਾਉ ਵਾਲੇ ਬੰਦ ਦੇ ਵਿੱਚ ਇਸ ਪਾਵਨ ਹੁਕਮਨਾਮੇ ਦੇ ਵਿੱਚ ਦਾਤੇ ਨੇ ਕੀ ਸਮਝਾਉਣ ਦਾ ਯਤਨ ਕਰਵਾਇਆ। ਆਓ ਹੁਕਮਨਾਮੇ ਦੀਆਂ ਪੰਕਤੀਆਂ ਸਰਵਣ ਕਰੀਏ ਜੀ। ਹੁਕਮਨਾਮੇ ਦੀ ਵਿਚਾਰ ਸੁਣਨ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏ ਮਨੁਆ ਕਿਉ ਕਰ ਵਸ ਆਵੈ, ਗੁਰ ਪ੍ਰਸਾਦੀ ਠਾਕੀਐ, ਗਿਆਨ ਮਤੀ ਘਰ ਆਵੈ। ਰਹਾਉ। ਇਹ ਮਨੁਆ ਦਾਤੇ ਨੇ ਇਸ ਪਾਵਨ ਸ਼ਬਦ ਦੇ ਵਿੱਚ ਜਿੱਥੇ ਸੁਹਾਗਣੀ ਤੇ ਦੁਹਾਗਣੀ ਦਾ ਜ਼ਿਕਰ ਕਰਵਾਇਆ। ਸੁਹਾਗਣੀ ਕਿਉਂ? ਕਿਉਂਕਿ ਉਹ ਪਤੀ ਦੇ ਨਾਲ ਇੱਕ ਮਿਕਤਾ ਹੋ ਗਈ ਉਹਦੀ। ਦੁਹਾਗਣੀ ਕਿਉਂ? ਅਤੇ ਉਹਦਾ ਮਨ ਜਿਹੜਾ ਹੈ ਆਪਣੇ ਪਤੀ ਦੇ ਨਾਲ ਪਰਮਾਤਮਾ ਦੇ ਨਾਲ ਇੱਕ ਮਿਕ ਨਹੀਂ ਹੋਇਆ, ਉਹ ਆਪਣੇ ਪਤੀ ਨੂੰ ਛੱਡ ਚੁੱਕੀ ਹੈ। ਅਸੀਂ ਦੁਨੀਆ ਦੇ ਅੰਦਰ ਇਸ ਤਰ੍ਹਾਂ ਵੀ ਦੇਖਦੇ ਆ ਨਾ, ਜਿਹੜੀ ਖਸਮ ਦੇ ਨਾਲ ਵਿਆਹੀ ਹੁੰਦੀ ਇਸਤਰੀ ਪਤੀ ਦੇ ਨਾਲ ਵਿਆਹੀ ਜਾਂਦੀ ਹੈ, ਸਮਾਜ ਉਹਨੂੰ ਸੁਹਾਗਣ ਕਹਿੰਦਾ। ਤੇ ਜਿਹੜੀ ਪਤਨੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਉਸ ਨੂੰ ਲੋਕ ਦੁਹਾਗਣ ਕਹਿੰਦੇ ਨੇ। ਦੁਹਾਗਣ ਦਾ ਕਾਰਨ ਕੀ ਹੈ? ਇਸ ਦਾਤੇ ਨੇ ਹੁਕਮਨਾਮੇ ਦੇ ਵਿੱਚ ਸਮਝਾਇਆ ਹੈ। ਇਸ ਪਾਵਨ ਰਹਾਉ ਵਾਲੇ ਬੰਦ ਦੇ ਵਿੱਚ ਉਹ ਕਾਰਨ ਦੱਸਿਆ ਹੈ ਕਿ ਦੁਹਾਗਣੀਆਂ ਅਸੀਂ ਕਿਉਂ ਹੋ ਗਈਆਂ, ਕਿਉਂ ਅਸੀਂ ਆਪਣੇ ਪਤੀ ਨੂੰ ਛੱਡ ਦਿੱਤਾ। ਕਿਉਂਕਿ ਇਸ ਜੱਗ ਮੇਂ ਪੁਰਖ ਏਕ ਹੈ, ਹੋਰ ਸਭਲੀ ਨਾਰ ਸਬਾਈ, ਹੋਰ ਸਗਲੀ ਨਾਰ ਸਬਾਈ। ਕਿ ਸੰਸਾਰ ਦੇ ਵਿੱਚ ਜਿੰਨੀਆਂ ਵੀ ਅਸੀਂ ਜੀਵ ਰੂਪੀ ਇਸਤਰੀਆਂ ਹਾਂ, ਸਾਡਾ ਸਾਰਿਆਂ ਦਾ ਖਸਮ ਇੱਕ ਹੈ, ਉਹ ਪਰਮਾਤਮਾ ਵਾਹਿਗੁਰੂ। ਔਰ ਇਸ ਪਾਵਨ ਹੁਕਮਨਾਮੇ ਦੇ ਰਹਾਉ ਵਾਲੇ ਬੰਦ ਦੇ ਵਿੱਚ ਮੇਰੇ ਦਾਤੇ ਨੇ ਸਮਝਾਇਆ ਹੈ ਕਿ ਅਸੀਂ ਆਪਣੇ ਪਤੀ ਨੂੰ ਕਿਉਂ ਛੱਡਿਆ। ਦਾਤਾ ਕਹਿੰਦੇ ਇਹ ਮਨੁਆ ਕਿਉਂ ਕਰ ਵਸ ਆਵੇ। ਸਾਡਾ ਜਿਹੜਾ ਮਨ ਹੈ ਨਾ, ਜਿੰਨਾ ਚਿਰ ਇਹ ਮਨ ਸਤਿਗੁਰਾਂ ਦੀ ਬਾਣੀ ਦੇ ਅੱਗੇ ਪਤੀਜਦਾ ਨਹੀਂ, ਜਿੰਨਾ ਚਿਰ ਇਹ ਮਨ ਸਤਿਗੁਰੂ ਅੱਗੇ ਭੇਟਾ ਨਹੀਂ ਕੀਤਾ ਜਾਂਦਾ, ਜਦੋਂ ਅਸੀਂ ਇਹਨੂੰ ਭੇਟਾ ਕਰ ਦੇਵਾਂਗੇ, ਦਾਤੇ ਦੇ ਅੱਗੇ ਰੱਖ ਦੇਵਾਂਗੇ, ਤੇ ਦਾਤੇ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਵਾਇਆ। ਇਹ ਮਨੁਆ ਕਿਉਂ ਕਰ ਵਸ ਆਵੇ। ਇਹ ਜਿਹੜਾ ਮਨ ਹੈ ਕਿਸ ਤਰੀਕੇ ਦੇ ਨਾਲ ਵਸ ਵਿੱਚ ਆ ਜਾਵੇ, ਤੇ ਵਸ ਵਿੱਚ ਆਉਣ ਦਾ ਤਰੀਕਾ ਦਾਤੇ ਨੇ ਇਸ ਪਾਵਨ ਸ਼ਬਦ ਦੇ ਵਿੱਚ ਦੱਸਿਆ। ਰਹਾਉ ਵਾਲੇ ਬੰਦ ਦੇ ਵਿੱਚ ਦੱਸਿਆ ਹੈ। ਪਾਤਸ਼ਾਹ ਕਹਿੰਦੇ ਨੇ ਗੁਰ ਪ੍ਰਸਾਦੀ ਠਾਕੀਏ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਮਨ ਸਾਡਾ ਰੁਕ ਜਾਂਦਾ ਹੈ। ਠਾਕੀਏ ਦਾ ਮਤਲਬ ਰੁਕ ਜਾਂਦਾ। ਕਿੱਥੋਂ? ਵਿਕਾਰਾਂ ਦੇ ਉੱਤੋਂ। ਵਿਕਾਰਾਂ ਵੱਲ ਜਿਹੜਾ ਸਾਡਾ ਮਨ ਜਾਂਦਾ ਨਾ, ਬਾਰ-ਬਾਰ ਵਿਕਾਰਾਂ ਵੱਲ ਪ੍ਰਬਲ ਹੁੰਦਾ ਆ। ਦਾਤਾ ਕਹਿੰਦਾ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ। ਜਦੋਂ ਇਨਸਾਨ ਆਪਣਾ ਆਪ ਗੁਰੂ ਨੂੰ ਅਰਪਣ ਕਰ ਦਿੰਦਾ ਹੈ ਨਾ, ਆਪਣਾ ਅਸੀਂ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਆਪਣਾ ਨਮਸਤਕ ਸਿਰ ਝੁਕਾਉਂਦੇ ਆ ਗੁਰੂ ਸਾਹਿਬ ਦੇ, ਉਹਦਾ ਮਤਲਬ ਦਾਤਿਆ ਇਹ ਜਿਹੜੀ ਮੇਰੀ ਮੱਤ ਹੈ ਨਾ, ਇਹ ਤੇਰੇ ਚਰਨਾਂ 'ਚ ਭੇਟਾ ਹੋ ਗਈ, ਕਿਰਪਾ ਕਰੀ ਮੈਨੂੰ ਗੁਰੂ ਦੀ ਮੱਤ ਦੇਈ। ਤੇ ਦਾਤਾ ਕਹਿੰਦੇ ਗੁਰ ਪ੍ਰਸਾਦੀ ਠਾਕੀਏ, ਗਿਆਨ ਮਤੀ ਘਰ ਆਵੇ। ਹਿਰਦੇ ਰੂਪੀ ਘਰ ਦੇ ਵਿੱਚ ਗਿਆਨ ਦਾ ਭੰਡਾਰਾ ਆ ਜਾਂਦਾ ਆ। ਜਿਹੜਾ ਮਨ ਆ ਇਹ ਗਿਆਨ ਦੇ ਭੰਡਾਰੇ ਵਿੱਚ ਜਾ ਕੇ ਟਿਕ ਜਾਂਦਾ। ਕਿਹਦੀ ਕਿਰਪਾ ਨਾਲ? ਗੁਰੂ ਦੀ ਕਿਰਪਾ ਦੁਆਰਾ। ਸਾਡੇ ਮਨ ਦੇ ਵਿੱਚ ਜਿਹੜਾ ਹੰਕਾਰ ਬਣਿਆ ਹੁੰਦਾ ਨਾ, ਹਉਮੈ ਰੂਪੀ ਜਿਹੜਾ ਹੰਕਾਰ ਹੈ,
ਇਨਸਾਨ ਸੋਚਦਾ ਹੈ ਮੈਂ ਸਾਰਾ ਕੁਝ ਮੈਂ ਕਰਦਾ ਹਾਂ। ਅੱਜ ਤੱਕ ਜਿੰਨੇ ਵੀ ਸੁੱਖ ਪ੍ਰਾਪਤ ਕੀਤੇ ਨੇ ਇਹ ਮੇਰੇ ਪੈਦਾ ਕੀਤੇ ਹੋਏ ਨੇ, ਔਰ ਦੁੱਖ ਕੀਤੇ ਨੇ ਉਹ ਪ੍ਰਮਾਤਮਾ ਦੇ ਕੀਤੇ ਨੇ। ਜਦੋਂ ਇਹ ਹਉਮੈ ਦੀ ਗੱਲ ਆਉਂਦੀ ਹੈ, ਦਾਤਾ ਕਹਿੰਦਾ ਕਿ ਅਸੀਂ ਫਿਰ ਪ੍ਰਮਾਤਮਾ ਦੇ ਨਾਲੋਂ ਦੂਰ ਹੋ ਜਾਂਦੇ ਨੇ। ਤੇ ਜਦੋਂ ਅਸੀਂ ਹਉਮੈ ਦੀ ਗੱਲ ਕਰਦੇ ਹਾਂ ਤੇ ਫਿਰ ਦਾਤਾ ਕਹਿੰਦੇ ਨੇ ਉਹ ਜੀਵ ਰੂਪੀ ਇਸਤਰੀਆਂ ਫਿਰ ਦੁਹਾਗਣਾ ਖਵਾਉਂਦੀਆਂ ਨੇ। ਦਾਤੇ ਨੇ ਇਸ ਪਾਵਨ ਰਹਾਉ ਵਾਲੇ ਬੰਦ ਚ ਵਿੱਚ ਸਮਝਾਇਆ, ਇਹ ਮਨੁਆ ਕਿਉਂ ਕਰ ਵਸ ਆਵੇ, ਕਿਸ ਤਰੀਕੇ ਦੇ ਨਾਲ ਇਹ ਮਨ ਵਿੱਚ ਆ ਜਾਵੇ। ਗੁਰ ਪ੍ਰਸਾਦੀ ਠਾਕੀਏ ਗਿਆਨਮਤੀ ਘਰ ਆਵੇ। ਜਦੋਂ ਅਸੀਂ ਮਨ ਆਪਣਾ ਗੁਰੂ ਨੂੰ ਵੇਚਦੇ ਆ ਨਾ, ਗੁਰੂ ਅੱਗੇ ਅਰਪਣ ਕਰਦੇ ਆ, ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਰਾਸ ਕਿਹਦੇ ਕਾਰਜ ਹੁੰਦੇ? ਜਿਹੜਾ ਮਨ ਆਪਣੇ ਗੁਰੂ ਨੂੰ ਅਰਪਣ ਕਰਦਾ। ਸਤਿਗੁਰ ਕਿਰਪਾ ਕਰ ਅੱਜ ਅਸੀਂ ਆਪਣਾ ਮਨ ਗੁਰੂ ਨੂੰ ਅਰਪਣ ਕਰਨਾ ਆ ਤੇ ਪ੍ਰਮਾਤਮਾ ਦੀਆਂ ਅਸੀਂ ਸੁਹਾਗਣ ਇਸਤਰੀਆਂ ਅਖਵਾਉਣ ਦਾ ਯਤਨ ਕਰਨਾ ਆ। ਦਾਤੇ ਨੇ ਆਰੰਭ ਦੇ ਵਿੱਚ ਸਮਝਾਇਆ, ਦਾਤਾ ਕਹਿੰਦਾ ਦੁਹਾਗਣੀ ਮਹਿਲ ਨਾ ਪਾਈਨ, ਪ੍ਰਭੂ ਦਾ ਮਹਿਲ, ਪ੍ਰਭੂ ਦਾ ਦਰ, ਪ੍ਰਭੂ ਦੀ ਸ਼ੋਭਾ ਦੁਹਾਗਣਾ ਨੂੰ ਪ੍ਰਾਪਤ ਨਹੀਂ ਹੁੰਦੀ। ਦੁਹਾਗਣੀ ਮਹਿਲ ਨਾ ਪਾਈਨ, ਨਾ ਜਾਣਨ ਪਿਰ ਕਾ ਸੁਆਉ। ਉਹ ਪਿਰੀ ਦੇਸ ਪ੍ਰਮਾਤਮਾ ਦੇ ਸੁਭਾਅ ਨੂੰ ਜਿਹੀ ਜਾਣ ਪਾਉਂਦੀਆਂ, ਕਿਉਂਕਿ ਮਨ ਦੇ ਵਿੱਚ ਹੰਕਾਰ ਰੂਪੀ ਜਿਹੜਾ ਹਉਮੈ ਰੂਪੀ ਹੰਕਾਰ ਦਾ ਜਿਹੜਾ ਗੁਬਾਰ ਹੈ ਨਾ, ਉਹ ਆਪਣੀ ਜਿਹੜੀ ਅਹੰਗ ਹੈ ਨਾ, ਅਸੀਂ ਉਹਨੂੰ ਛੱਡਦੀਆਂ ਨਹੀਂ। ਤੇ ਦਾਤਾ ਕਹਿੰਦਾ ਦੁਹਾਗਣੀ ਇਸਤਰੀਆਂ ਕਦੀ ਵੀ ਜਿਨ੍ਹਾਂ ਨੇ ਰੱਬ ਨੂੰ ਛੱਡਿਆ ਆ, ਕਹਿੰਦੇ ਕਿ ਉਹ ਪ੍ਰਮਾਤਮਾ ਦਾ ਸੁਭਾਅ ਦਾ ਪਿਆਰ ਦਾ ਭਰੋਸਾ ਨਹੀਂ ਜਿੱਤ ਸਕਦੀਆਂ। ਕਿਉਂ? ਕਾਰਨ ਕੀ ਹੈ? ਦਾਤੇ ਨੇ ਸਮਝਾਇਆ, ਕਹਿੰਦੇ ਫਿੱਕਾ ਬੋਲੇ ਨਾ ਨਿਵੇਂ। ਉਹ ਹਮੇਸ਼ਾ ਆਪਣੇ ਮੁਖਾਰ ਬਿੰਦ ਤੋਂ ਉਹ ਬੋਲਦੀਆਂ ਨੇ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਕੋਈ ਸਵਾਦ ਨਹੀਂ ਆਉਂਦਾ। ਫਿੱਕਾ ਬੋਲੇ ਨਾ ਨਿਵੇਂ, ਔਰ ਹੰਕਾਰ ਰੂਪੀ ਇੰਨਾ ਜ਼ਿਆਦਾ ਅੰਦਰ ਭਰਿਆ ਆ ਤੇ ਉਹ ਨਿਮਰਤਾ ਦੇ ਵਿੱਚ ਨਹੀਂ ਆਉਂਦੇ ਆ। ਦੂਜਾ ਭਾਉ ਸਵਾਓ। ਹੁਣ ਇੱਥੇ ਗੌਰ ਕਰਨ ਦੀ ਵਾਲੀ ਗੱਲ ਇਹ ਹੈ, ਦਾਤਾ ਕਹਿੰਦੇ ਫਿੱਕਾ ਬੋਲੇ। ਹੁਣ ਫਿੱਕਾ ਬੋਲਣ ਤੋਂ ਭਾਵ ਸਤਿਗੁਰ ਦੀ ਬਾਣੀ ਛੱਡ ਕੇ ਅਸੀਂ ਦੁਨੀਆ ਦੇ ਹੋਰ ਗੀਤਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਗੁਰੂ ਦਾ ਸਿਮਰਨ ਕਰਨ ਨੂੰ ਛੱਡ ਕੇ ਅਸੀਂ ਹੋਰ ਬੋਲਣਾ ਸ਼ੁਰੂ ਕਰ ਦਿੱਤਾ। ਦਾਤਾ ਕਹਿੰਦੇ ਫਿੱਕਾ ਬੋਲਣਾ। ਫਿੱਕਾ ਬੋਲੇ ਨਾ ਨਿਵੇਂ, ਨਿਮਰਤਾ ਨਹੀਂ ਹਿਰਦੇ 'ਚ। ਹੰਕਾਰ ਇੰਨਾ ਜ਼ਿਆਦਾ ਹੈ ਕਿ ਆਪਣਾ ਆਪ ਗੁਰੂ ਨੂੰ ਅਰਪਣ ਨਹੀਂ ਕੀਤਾ। ਨਿਵਨ ਦਾ ਮਤਲਬ ਗੁਰੂ ਦੀ ਸੇਵਾ ਨਹੀਂ ਕੀਤੀ। ਤੇ ਦਾਤਾ ਕਹਿੰਦੇ ਦੂਜੇ ਭਾਉ ਸੁਆਓ, ਦੂਜੇ ਦੇ ਨਾਲ ਸਾਡਾ ਪਿਆਰ ਪੈਦਾ ਹੋ ਗਿਆ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਹੋਰ ਪਾਸੇ ਭਟਕਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਅਸੀਂ ਦਾਤੇ ਦੀ ਬਾਣੀ ਪੜ੍ਹਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕਰਕੇ ਅਸੀਂ ਸਤਿਗੁਰੂ ਦੀ ਬਾਣੀ ਨੂੰ ਧਿਆਉਣਾ ਸੀ। ਤੇ ਦਾਤੇ ਨੇ ਇੱਥੇ ਜਿਹੜੇ ਅਵਰ ਕਾਜ ਸਮਝਾਏ ਨੇ, ਅਵਰ ਕਾਜ ਦਾ ਮਤਲਬ ਇਹੋ ਹੀ ਹੈ ਕਿ ਗੁਰੂ ਨੂੰ ਛੱਡ ਕੇ ਕੀਤੇ ਗਏ ਜਿੰਨੇ ਵੀ ਕਾਰਜ, ਅਸੀਂ ਰੱਬ ਨੂੰ ਪ੍ਰਾਪਤ ਕਰਨਾ ਸੀ। ਰੱਬ ਨੂੰ ਪ੍ਰਾਪਤ ਕਰਨ ਲਈ ਬੜੇ ਅਡੰਬਰ ਰਚ ਲਏ। ਦਾਤਾ ਕਹਿੰਦੇ ਅਸਲੀ ਕਾਰਜ ਕੀ ਸੀ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਆ ਕਰਕੇ ਰੱਬ ਦੀ ਬਾਣੀ ਨੂੰ ਪੜ੍ਹਨਾ ਸੀ, ਸਿਮਰਨ ਕਰਨਾ ਸੀ। ਇਹ ਛੱਡ ਕੇ ਅਸੀਂ ਦੁਨੀਆ ਦੇ ਧੰਦਿਆਂ ਦੇ ਵਿੱਚ, ਦੁਨੀਆ ਦੇ ਵਿੱਚ ਰੱਬ ਨੂੰ ਲੱਭਣ ਵਾਸਤੇ ਜਗ੍ਹਾ ਜਗ੍ਹਾ ਭਟਕਣਾ ਸ਼ੁਰੂ ਕਰ ਦਿੱਤਾ। ਇੱਥੇ ਵੀ ਦਾਤੇ ਨੇ ਹੀ ਸਮਝਾਇਆ, ਫਿੱਕਾ ਬੋਲੇ ਨਾ ਨਿਵੇਂ, ਦੂਜਾ ਭਾਉ ਸੁਆਓ, ਦੂਜੇ ਦੇ ਨਾਲ ਪਿਆਰ ਪੈਦਾ ਹੋ ਗਿਆ। ਕਹਿੰਦੇ ਅੱਗੇ ਫਿਰ ਰਹਾਉਲਾ ਬੰਦ ਜਿਹਦੀ ਅਸੀਂ ਵਿਚਾਰ ਕਰ ਚੁੱਕੇ ਹਾਂ, ਫਿਰ ਵੀ ਇੱਕ ਪੜਾਂਗੇ ਜ਼ਰੂਰ ਇੱਕ ਵਾਰੀ ਜੀ। ਇਹ ਮਨੁਆ ਕਿਉਂ ਕਰ ਵਸ ਆਵੇ, ਇਹ ਮਨ ਕਿਸ ਤਰ੍ਹਾਂ ਵਸ ਵਿੱਚ ਆਵੇ। ਗੁਰ ਪ੍ਰਸਾਦੀ ਠਾਕੀਏ ਗਿਆਨਮਤੀ ਘਰ ਆਵੇ। ਗੁਰੂ ਦੇ ਗਿਆਨ ਦੇ ਨਾਲ, ਗੁਰੂ ਦੀ ਕਿਰਪਾ ਦੁਆਰਾ ਇਹ ਮਨ ਆਪਣੇ ਘਰ ਦੇ ਵਿੱਚ ਆ ਸਕਦਾ ਆ। ਅੱਗੇ ਦਾਤੇ ਨੇ ਸਮਝਾਉਣ ਦਾ ਯਤਨ ਕਰਵਾਇਆ ਕਿ ਦੁਹਾਗਣ ਤੋਂ ਬਾਅਦ ਜਿਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਦਿੱਤਾ ਉਹਨਾਂ ਨੂੰ ਦੁਹਾਗਣ ਤੇ ਸੁਹਾਗਣ ਦੀ ਗੱਲ ਕੀਤੀ ਹੈ ਕਿ ਜਿਹੜੀਆਂ ਆਪਣੇ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰਤੀਆਂ ਹੋਈਆਂ ਨੇ। ਦਾਤੇ ਨੇ ਸਮਝਾਇਆ, ਸੁਹਾਗਣੀ ਆਪ ਸਵਾਰਿਆਂ ਲਾਏ ਪ੍ਰੇਮ ਪਿਆਰ। ਜਿਹੜੀਆਂ ਪਤੀ ਦੇ ਨਾਲ ਜੁੜੀਆਂ ਹੁੰਦੀਆਂ ਇਸਤਰੀਆਂ ਸੰਸਾਰ ਵਿੱਚ ਦੇਖਦੇ ਆ, ਉਹ ਪਤਨੀ ਵੀ ਹੈਗੀ ਹੈ ਜਿਹੜਾ ਆਪਣੇ ਪਤੀ ਦਾ ਹਰ ਹੁਕਮ ਸਿਰ ਮੱਥੇ ਮੰਨਦੀ ਹੈ। ਜਿਹੜਾ ਪਤਨੀ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਆਪਣਾ ਕੁਰਬਾਨ ਕਰ ਦਿੰਦੀ ਹੈ, ਆਪਣਾ ਵਾਰ ਦਿੰਦੀ ਉਹਦੇ ਤੋਂ। ਤੇ ਦਾਤਾ ਕਹਿੰਦਾ ਉਹਨਾਂ ਨੂੰ ਆਪ, ਜਿਸ ਤਰ੍ਹਾਂ ਇੱਕ ਪਤੀ ਵੀ ਆਪਣੀ ਪਤਨੀ ਨੂੰ ਬੜਾ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਅਸੀਂ ਸੰਸਾਰ ਰੂਪੀ ਇਸਤਰੀਆਂ ਜਦੋਂ ਵਾਹਿਗੁਰੂ ਪਰਮਾਤਮਾ ਨੂੰ ਖੁਸ਼ ਕਰਨਾ ਹੈ ਨਾ, ਤੇ ਆਪਣਾ ਆਪ ਗੁਰੂ ਤੋਂ ਕੁਰਬਾਨ ਕਰਨਾ ਪਏਗਾ, ਆਪਣਾ ਆਪ ਗੁਰੂ ਅੱਗੇ ਭੇਟਾ ਕਰਨਾ ਪਏਗਾ। ਤੇ ਦਾਤੇ ਨੇ ਇੱਥੇ ਸਮਝਾਇਆ ਸਾਨੂੰ, ਸੁਹਾਗਣੀ
ਤੇ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਗੁਰੂ ਦੀ, ਫਿਰ ਉਹ ਹੋ ਜਾਂਦੀਆਂ ਸੁਹਾਗਣੀ। ਸੁਹਾਗਣੀ ਆਪ ਸਵਾਰੀਆਂ, ਉਹਨਾਂ ਉੱਤੇ ਪ੍ਰਭੂ ਪਰਮਾਤਮਾ ਪ੍ਰਭੂ ਪਤੀ ਹੱਥ ਰੱਖਦਾ ਆ, ਆਪ ਉਹਨਾਂ ਨੂੰ ਸਵਾਰਦਾ ਆ, ਲਾਏ ਪ੍ਰੇਮ ਪਿਆਰ ਉਹਨਾਂ ਨੂੰ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਆਪਣੇ ਪ੍ਰਤੀ ਉਹ ਪਿਆਰ ਦਾ ਬੂਟਾ ਪੈਦਾ ਕਰ ਦਿੰਦਾ, ਉਹ ਪਿਆਰ ਦਾ ਰੰਗ ਲਾ ਦਿੰਦਾ ਆ। ਸਤਿਗੁਰ ਕੇ ਭਾਣੇ ਚਲਦੀਆਂ ਨਾਮੇ ਸਹਿਜ ਸ਼ਿੰਗਾਰ, ਸਤਿਗੁਰ ਦੇ ਭਾਣੇ ਦੇ ਵਿੱਚ ਉਹ ਫਿਰ ਸਦਾ ਸਿਰ ਚੱਲਦੀਆਂ ਰਹਿੰਦੀਆਂ ਨੇ ਜੀਵ ਰੂਪੀ ਇਸਤਰੀਆਂ। ਫਿਰ ਇਹ ਗੱਲ ਕਹਿੰਦੀਆਂ ਸੁਖ ਦੁੱਖ, ਦੁੱਖ ਸੁਖ ਦੋਨੋਂ ਸਮ ਕਰ ਜਾਣਾ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਿ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਐਸੀ ਭਾਵਨਾ, ਐਸੀ ਬਿਰਤੀ ਬਣ ਜਾਂਦੀ ਹੈ ਕਿੰਨਾਂ ਦੀ? ਜਿਹੜੀਆਂ ਸਤਿਗੁਰੂ ਕੇ ਭਾਣੇ ਚੱਲਦੀਆਂ ਨਾਮੇ ਸਹਿਜ ਸ਼ਿੰਗਾਰ, ਉਹ ਫਿਰ ਨਾਮ ਰੂਪੀ ਆਪਣੇ ਹਿਰਦੇ ਤੇ ਉੱਤੇ ਸ਼ਿੰਗਾਰ ਕਰਦੀਆਂ ਨੇ। ਜਿਸ ਤਰ੍ਹਾਂ ਪਤਨੀ ਹੈ ਨਾ ਸੰਸਾਰਿਕ, ਉਹ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਸ਼ਿੰਗਾਰ ਕਰਦੀਆਂ, ਆਪਣੇ ਆਪ ਨੂੰ ਸਜਾਉਂਦੀਆਂ ਨੇ। ਤੇ ਸਤਿਗੁਰੂ ਦੀਆਂ ਜਿਹੜੀਆਂ ਪਤਨੀਆਂ ਨੇ, ਤੇ ਦਾਤਾ ਕਹਿੰਦੇ ਉਹ ਕਿਸ ਤਰ੍ਹਾਂ ਨਾਮ ਰੂਪੀ ਸ਼ਿੰਗਾਰ ਕਰਦੀਆਂ ਨੇ, ਹਮੇਸ਼ਾ ਨਾਮ ਸਿਮਰਨ ਦੇ ਵਿੱਚ ਮਸਤ ਰਹਿੰਦੀਆਂ ਨੇ। ਤੇ ਦਾਤਾ ਕਹਿੰਦੇ ਇਸ ਤਰ੍ਹਾਂ ਪਤਨੀਆਂ ਸਤਿਗੁਰੂ ਦੇ ਭਾਣੇ ਵਿੱਚ ਚੱਲਦੀਆਂ ਨੇ, ਜਿਹੜੇ ਨਾਮ ਰੂਪੀ ਸ਼ਿੰਗਾਰ ਕਰਦੀਆਂ ਨੇ। ਸਦਾ ਰਾਵੇ ਫਿਰ ਆਪਣਾ ਸੱਚੀ ਸੇਜ ਸੁਭਾਏ, ਕਹਿੰਦੇ ਇਸ ਤਰੀਕੇ ਦੇ ਨਾਲ ਰਾਵੇ, ਕਹਿੰਦੇ ਕਿ ਉਹ ਆਪਣੇ ਪਤੀ ਨੂੰ ਖੁਸ਼ ਕਰ ਲੈਂਦੀਆਂ ਨੇ। ਸਦਾ ਰਾਵੇ ਫਿਰ ਆਪਣਾ, ਫਿਰ ਕਹਿੰਦੇ ਖਸਮ ਪਰਮਾਤਮਾ ਨੂੰ, ਆਪਣੇ ਨੂੰ ਕਹਿੰਦੇ ਹਿਰਦੇ 'ਚ ਸਦਾ ਮਾਣਦੀਆਂ ਨੇ। ਸਦਾ ਹਿਰਦੇ ਦੇ ਵਿੱਚ ਉਹ ਪਰਮਾਤਮਾ ਰਹਿੰਦਾ ਆ। ਉਹ ਹਮੇਸ਼ਾ ਇਹ ਵੇਖਦੀਆਂ ਨਾ, ਇਹ ਸੰਸਾਰ ਦੇ ਵਿੱਚ ਜੋ ਕੁਝ ਵੀ ਦੇਖਦੇ ਨੇ ਉਹ ਪ੍ਰਭੂ ਪਰਮਾਤਮਾ ਦਾ ਰੂਪ ਵੇਖਦੀਆਂ ਨੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਉਹ ਫਿਰ ਪਰਮਾਤਮਾ ਨੂੰ ਹਮੇਸ਼ਾ ਵੇਖਦੀਆਂ ਨੇ। ਇਹ ਵੀ ਸੰਸਾਰ ਤੁਮ ਜੇ ਦੇਖਦਾ, ਇਹ ਹਰ ਕਾ ਰੂਪ ਹੈ। ਔਰ ਇਹ ਨਸੀਬ ਕਿਹਨਾਂ ਨੂੰ ਹੁੰਦੀਆਂ? ਜਿਹੜੀਆਂ ਇਸਤਰੀਆਂ ਆਪਣੇ ਪਤੀ ਨੂੰ ਹਿਰਦੇ 'ਚ ਵਸਾ ਲੈਂਦੀਆਂ ਨੇ। ਦਾਤੇ ਨੇ ਸਮਝਾਇਆ ਸਦਾ ਰਾਵੇ ਫਿਰ ਆਪਣਾ ਸੱਚੀ ਸੇਜ ਸੁਭਾਏ, ਫਿਰ ਕੈ ਪ੍ਰੇਮ ਮੋਹੀਆਂ ਮਿਲ ਪ੍ਰੀਤਮ ਸੁਖ ਪਾਏ, ਕਹਿੰਦੇ ਕਿ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮੋਹੀਆਂ ਹੋ ਜਾਂਦੀਆਂ ਨੇ। ਮਿਲ ਪ੍ਰੀਤਮ ਸੁਖ ਪਾਏ, ਉਹ ਫਿਰ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਸੁਖ ਪ੍ਰਾਪਤ ਕਰਦੀਆਂ ਨੇ। ਗਿਆਨ ਅਪਾਰ ਸ਼ਿੰਗਾਰ ਹੈ ਸ਼ੋਭਾਵੰਤੀ ਨਾਰ, ਦਾਤਾ ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ, ਅਲੱਖ ਪਰਮਾਤਮਾ ਦਾ ਕਹਿੰਦੇ ਕਿ ਗਿਆਨ ਪੈਦਾ ਹੋ ਜਾਂਦਾ ਆ। ਸ਼ੋਭਾਵੰਤੀ ਨਾਰ, ਕਿ ਉਹ ਸਾਰੀਆਂ ਸ਼ੋਭਾਵੰਤੀ ਵਾਲੀਆਂ ਨਾਰਾਂ ਹੋ ਜਾਂਦੀਆਂ ਨੇ, ਉਹਨਾਂ ਦੀ ਸ਼ੋਭਾ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਗਿਆਨ ਦਾ ਸ਼ਿੰਗਾਰ ਪੈਦਾ ਹੋ ਜਾਂਦਾ। ਜਿਹੜੀਆਂ ਇਹ ਸ਼ਿੰਗਾਰ ਕਰਦੀਆਂ ਕਿ ਮੈਂ ਪਰਮਾਤਮਾ ਦਾ ਗਿਆਨ ਪ੍ਰਾਪਤ ਕਰ ਸਕਾਂ। ਦਾਤਾ ਕਹਿੰਦੇ ਸਾਸ ਭਰਾਈ ਸੁੰਦਰੀ ਪਿਰ ਕੈ ਹੇਤ ਪਿਆਰ, ਜਿਨ੍ਹਾਂ ਨੂੰ ਪਿਰ ਦੇ ਨਾਲ, ਪਤੀ ਦੇ ਨਾਲ ਪਿਆਰ ਹੋ ਜਾਂਦਾ ਹੈ, ਕਹਿੰਦੇ ਕਿ ਉਹ ਫਿਰ ਇਸਤਰੀਆਂ ਸੰਸਾਰ ਦੇ ਵਿੱਚ ਉਸ ਪ੍ਰਭੂ ਪਤੀ ਦੀਆਂ ਸਭ ਤੋਂ ਵਧੀਆ ਨਾਰੀ ਬਣ ਜਾਂਦੀ ਹੈ, ਸਭ ਤੋਂ ਸੁੰਦਰ ਰਾਣੀ ਬਣ ਜਾਂਦੀ ਹੈ। ਸਭਰਾਈ ਦਾ ਅਰਥ ਇੱਥੇ ਇਹ ਦਾਤੇ ਨੇ ਸਮਝਾਇਆ ਪਟ ਰਾਣੀ, ਜਿਹੜੀ ਰਾਣੀਆਂ ਦੇ ਵਿੱਚੋਂ ਸਭ ਤੋਂ ਸਿਰਮੌਰ ਰਾਣੀ ਹੁੰਦੀ। ਸਭਰਾਈ ਨਾਰ ਦਾ ਮਤਲਬ ਇਹ ਹੈ ਕਿ ਨਾਰੀਆਂ ਦੇ ਵਿੱਚੋਂ ਸਭ ਤੋਂ ਅਹਿਮ ਨਾਰੀ ਬਣ ਜਾਂਦੀ ਹੈ। ਕਿਹੜੀ? ਜਿਹਦੇ ਉੱਤੇ ਦਾਤੇ ਦੀ ਕਿਰਪਾ ਹੁੰਦੀ ਹੈ। ਸਾਸ ਭਰਾਈ ਸੁੰਦਰੀ ਪਿਰ ਕੈ ਹੇਤ ਪਿਆਰ, ਇੰਨਾ ਪਿਆਰ ਪੈਦਾ ਕਰ ਲੈਂਦੀਆਂ ਨੇ, ਕਿਉਂਕਿ ਪਿਆਰ ਦੀ ਖੇਡ ਬੜੀ ਔਖੀ ਹੈ। ਦਾਤੇ ਨੇ ਸਮਝਾਇਆ ਜੋ ਤਾਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੇ ਆਓ। ਇੱਥੇ ਤੇ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਹੈ, ਆਪਣਾ ਆਪ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ। ਦਾਤੇ ਨੇ ਸਮਝਾਇਆ ਸਾਸ ਭਰਾਈ ਸੁੰਦਰੀ ਪਿਰ ਕੈ ਹੇਤ ਪਿਆਰ, ਸੁਹਾਗਣੀ ਵਿੱਚ ਰੰਗ ਰਖਿਓਣ ਸੱਚੇ ਅਲਖ ਅਪਾਰ। ਉਸ ਪਰਮਾਤਮਾ ਅਲਖ ਨੇ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਦਾ ਅਪਾਰ ਹੈ, ਉਹਦਾ ਪਾਰਲਾ ਬੰਨਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਹਿੰਦੇ ਕਿ ਉਹ ਪਰਮਾਤਮਾ ਫਿਰ ਆਪਣੀਆਂ ਸੁਹਾਗਣਾਂ ਨੂੰ ਸੁਹਾਗਣੀ ਵਿੱਚ ਰੰਗ ਰੱਖੇ ਹੋਣ, ਉਹ ਸੱਚਾ ਰੰਗ ਲਾ ਦਿੰਦੀਆਂ ਨੇ। ਕਿਹੜਾ ਰੰਗ? ਦਾਤੇ ਨੇ ਬਾਣੀ 'ਚ ਸਮਝਾਇਆ ਲਾਲ ਰੰਗ ਤਿਸ ਕੋ ਲਗਾ, ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਇਹ ਰੰਗ ਨਸੀਬ ਹੁੰਦਾ ਆ। ਸਤਿਗੁਰ ਸੇਵਨ ਆਪਣਾ ਸੱਚੇ ਭਾਏ ਪਿਆਰ, ਤੇ ਉਹੀ ਜੀਵ ਰੂਪੀ ਇਸਤਰੀਆਂ ਸੱਚੇ ਪ੍ਰਮਾਤਮਾ ਨੂੰ ਸੇਵਦੀਆਂ ਜਿਨ੍ਹਾਂ ਦੇ ਉੱਤੇ ਪ੍ਰਭੂ ਪਰਮਾਤਮਾ ਦਾ ਪਿਆਰ ਦਾ ਰੰਗ ਲੱਗ ਦਿੰਦਾ ਹੈ, ਜਿਨ੍ਹਾਂ ਨੂੰ ਪਿਆਰ ਦੇ ਵਿੱਚ ਆਪਣਾ ਆਪ ਕੁਰਬਾਨ ਕਰਨਾ ਆ ਜਾਂਦਾ। ਕਹਿੰਦੇ ਕਿ ਉਹੀ ਇਸਤਰੀਆਂ ਸਤਿਗੁਰੂ ਨੂੰ ਸੇਵਦੀਆਂ ਨੇ, ਉਹੀ ਹਮੇਸ਼ਾ ਪਰਮਾਤਮਾ ਦੀ ਬੰਦਗੀ ਕਰਦੀਆਂ ਨੇ, ਸਿਮਰਨ ਕਰਦੀਆਂ ਨੇ, ਜਿਨ੍ਹਾਂ ਨੂੰ ਪ੍ਰਭੂ ਪਤੀ ਦੇ ਪਿਆਰ ਦੇ ਵਿੱਚ ਭਤੀਜਣਾ ਆ ਜਾਂਦਾ ਹੈ।
ਦਾਤੇ ਨੇ ਕਿਰਪਾ ਕੀਤੀ ਹੈ, ਸੁਹਾਗਣੀ ਸ਼ਿੰਗਾਰ ਬਣਾਇਆ ਗੁਣ ਕਾ ਗਲਹਾਰ। ਹੁਣ ਸੁਹਾਗਣਾ ਨੇ ਸੰਸਾਰ ਦੇ ਵਿੱਚ ਪਤੀ ਨੂੰ ਖੁਸ਼ ਕਰਨ ਵਾਸਤੇ ਬੜੇ ਸ਼ਿੰਗਾਰ ਕੀਤੇ, ਬੜਾ ਬਨਾਵਟੀ ਮੇਕਅਪ ਕੀਤਾ, ਪਰ ਇੱਥੇ ਕਿਹੜਾ ਮੇਕਅਪ ਕਰਨਾ? ਦਾਤਾ ਕਹਿੰਦੇ ਸੁਹਾਗਣੀ ਸ਼ਿੰਗਾਰ ਬਣਾਇਆ। ਕਿਹੜਾ ਜੀ? ਗੁਣ ਕਾ ਗਲਹਾਰ। ਗੁਣਾ ਰੂਪੀ ਪ੍ਰਮਾਤਮਾ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਦੇ ਵਿੱਚ ਪਾ ਲਿਆ। ਗੁਣ ਕਾ ਗਲਹਾਰ ਕਿਹੜੇ ਗੁਣਾਂ ਦਾ? ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਹੜੇ ਨਿਮਰਤਾ, ਇੱਕ ਦੂਜੇ ਪ੍ਰਤੀ ਪਿਆਰ ਪੈਦਾ ਹੋ ਗਿਆ। ਤੇ ਕਹਿੰਦੇ ਕਿ ਕਦੋਂ ਬਣਦਾ ਹੈ? ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਪੈਦਾ ਹੁੰਦਾ। ਪ੍ਰੇਮ ਪਿਰਮਲ ਤਨ ਲਾਵਣਾ, ਅੰਤਰ ਰਤਨ ਵਿਚਾਰ। ਦੁਨੀਆ ਦੀ ਇਸਤਰੀ ਪਤੀ ਨੂੰ ਖੁਸ਼ ਕਰਨ ਵਾਸਤੇ ਆਪਣੇ ਸਰੀਰ ਦੇ ਉੱਤੇ ਬੜੇ ਤਰ੍ਹਾਂ ਦੇ ਪਰਫਿਊਮ ਲਾਉਂਦੀ ਹੈ, ਬੜੀਆਂ ਸੁਗੰਧੀਆਂ ਲਾਉਂਦੀ ਹੈ। ਇੱਥੇ ਦਾਤੇ ਨੇ ਸਮਝਾਇਆ ਪ੍ਰੇਮ ਪਿਰਮਲ। ਪਿਰਮਲ ਕਹਿੰਦੇ ਸੁਗੰਧੀ। ਕਿਹੜੀ ਸੁਗੰਧੀ? ਪ੍ਰੇਮ ਦੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਦਾਤੇ ਕਹਿੰਦੇ ਕਿ ਪ੍ਰੇਮ ਰੂਪੀ ਜਿਹੜਾ ਸੁਗੰਧੀ ਹੈ ਉਹਨੂੰ ਤਨ ਲਾਵਣਾ, ਅੰਤਰ ਰਤਨ ਵਿਚਾਰ। ਪ੍ਰਮਾਤਮਾ ਦੇ ਵਿਚਾਰਾਂ ਦੀ ਅੰਦਰ ਰਤਨ ਪੈਦਾ ਕਰ ਲਿਆ। ਉਸ ਵਿਚਾਰਾਂ ਨੂੰ ਆਪਣੇ ਹਿਰਦੇ 'ਚ ਧਾਰਨ ਕੀਤਾ, ਤੇ ਵਿਚਾਰ ਨੂੰ ਜਦੋਂ ਹਿਰਦੇ 'ਚ ਧਾਰਨ ਕਰਤਾ, ਉਸ ਪ੍ਰਮਾਤਮਾ ਦੀ ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰਨ ਤੋਂ ਬਾਅਦ ਉਹ ਵਿਚਾਰ ਫਿਰ ਰਤਨ ਬਣ ਗਈ। ਅੰਤਰ ਰਤਨ ਵਿਚਾਰ ਭਗਤ ਰਤੇ ਸੇ ਉਤਮਾ, ਜਤ ਪਤ ਸ਼ਬਦੇ ਹੋਏ। ਸਤਿਗੁਰ ਦਾਤੇ ਨੇ ਇੱਥੇ ਬੜਾ ਸੋਹਣਾ ਕੀਮਤੀ ਬਚਨ ਦਿੱਤਾ। ਪਾਤਸ਼ਾਹ ਕਹਿੰਦੇ ਭਗਤ ਰਤੇ ਸੇ ਉਤਮਾ। ਉੱਤਮ ਜਾਤ ਵਾਲੇ ਕਿਹੜੇ ਨੇ? ਜਿੱਥੇ ਦਾਤੇ ਨੇ ਸੁਹਾਗਣ ਦੀ ਗੱਲ ਕੀਤੀ ਹੈ, ਉਹਨਾਂ ਸੁਹਾਗਣਾ ਉਹ ਉੱਚੀ ਜਾਤ ਵਾਲੀਆਂ ਬਣ ਜਾਂਦੀਆਂ ਨੇ। ਕਿਹੜੀਆਂ? ਭਗਤ ਰਤੇ ਸੇ ਉਤਮਾ। ਉੱਤੀ ਜਾਤ ਵਾਲੇ। ਸੰਸਾਰ ਦੇ ਵਿੱਚ ਅਸੀਂ ਦੇਖਦੇ ਉੱਚੀਆਂ ਜਾਤਾਂ ਵਾਲੇ ਬੜੇ ਹੰਕਾਰ ਕਰਦੇ, ਪਰ ਦਾਤੇ ਨੂੰ ਪੁੱਛੀਏ ਦਾਤਿਆ ਉੱਚੀ ਜਾਤ ਵਾਲੇ ਕੌਣ ਹੈ? ਪਾਤਸ਼ਾਹ ਕਹਿੰਦੇ ਭਗਤ ਰਤੇ ਸੇ ਉਤਮਾ, ਜਤ ਪਤ ਸ਼ਬਦੇ ਹੋਏ। ਜਿਹੜੇ ਆਪਣਾ ਆਪ ਗੁਰੂ ਦੇ ਉੱਤੋਂ ਕੁਰਬਾਨ ਕਰ ਦਿੰਦੇ ਨੇ। ਅਸਲ ਦੇ ਵਿੱਚ ਉਹੀ ਉੱਚੀ ਜਾਤ ਵਾਲੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਉਹੀ ਉੱਚੀ ਜਾਤ ਵਾਲੇ ਨੇ ਤੇ ਉਹੀ ਉੱਤਮ ਨੇ, ਉਹੀ ਅਸਲੀ ਪਤ ਰੱਖਦੇ ਨੇ। ਭਗਤ ਰਤੇ ਸੇ ਉਤਮਾ, ਉੱਚੇ ਨੇ ਉਹ ਕਿਹੜੇ? ਜਤ ਪਤ ਸ਼ਬਦੇ ਹੋਏ। ਸ਼ਬਦ ਨੂੰ ਕਮਾਉਣ ਦੇ ਨਾਲ ਉਹਨਾਂ ਦੇ ਅੰਦਰ ਉੱਚੀ ਜਾਤ ਬਣ ਗਈ। ਅਸੀਂ ਦੇਖਦੇ ਹਾਂ ਦਾਤੇ ਦੀ ਬਾਣੀ ਨੂੰ, ਅਗਲੇ ਬੰਨੇ ਦਾਤੇ ਨੇ ਸਮਝਾਇਆ ਬਿਨ ਨਾਵੇ ਸਭ ਨੀਚ ਜਾਤ ਹੈ। ਇੱਕ ਪਾਸੇ ਉੱਚੀ ਜਾਤ ਦੱਸ ਦਿੱਤੀ, ਨੀਵੀਂ ਜਾਤ ਵੀ ਦਸੀ। ਸੰਸਾਰ ਦੇ ਵਿੱਚ ਬ੍ਰਾਹਮਣ ਦੇ ਮੁਤਾਬਕ ਬਣਾਈਆਂ ਹੋਈਆਂ 4 ਜਾਤਾਂ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸ਼ੂਦਰ ਸਭ ਤੋਂ ਨੀਵੀਂ ਜਾਤ ਹੈ। ਪਰ ਦਾਤੇ ਨੂੰ ਪੁੱਛੀਏ ਸੱਚੇ ਪਾਤਸ਼ਾਹ ਉੱਚੀ ਜਾਤ ਸੰਸਾਰ ਦੇ ਵਿੱਚ ਬ੍ਰਾਹਮਣ ਦੀ ਹੈ, ਤੇ ਦਾਤਾ ਕਹਿੰਦਾ ਉੱਚੀ ਜਾਤ ਇਹ ਆ ਭਗਤ ਰਤੇ। ਜਿਹੜੇ ਭਗਤੀ ਦੇ ਵਿੱਚ ਰਤੇ ਹੁੰਦੇ ਨੇ ਉਹ ਉੱਚੀ ਜਾਤ ਵਾਲੇ ਨੇ। ਤੇ ਦਾਤਾ ਕਹਿੰਦਾ ਨੀਵੀਂ ਜਾਤ ਵਾਲੇ ਕਿਹੜੇ ਨੇ? ਪਾਤਸ਼ਾਹ ਕਹਿੰਦੇ ਨੇ ਬਿਨ ਨਾਵੇ ਸਭ ਨੀਚ ਜਾਤ ਹੈ। ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦੀ ਬਾਣੀ ਨਹੀਂ ਹੈ, ਨਾਮ ਸਿਮਰਨ ਨਹੀਂ ਹੈ, ਜਿਹੜੇ ਉਠਤ ਬੈਠਤ ਸੋਵਤ ਜਾਗਤ ਧਿਆਉਂਦੇ ਨਹੀਂ ਰੱਬ ਨੂੰ, ਜਿਹੜੇ ਪ੍ਰਮਾਤਮਾ ਦੀ ਬਾਣੀ ਨਹੀਂ ਪੜ੍ਹਦੇ, ਦਾਤਾ ਕਹਿੰਦੇ ਨੇ ਬਿਨ ਨਾਵੇ ਸਭ ਨੀਚ ਜਾਤ ਹੈ, ਬਿਸ਼ਟਾ ਕਾ ਕੀੜਾ ਹੋਏ। ਦੇਖੋ ਕਮਾਲ ਦੀ ਗੱਲ ਦਾਤੇ ਨੇ ਦੱਸ ਦਿੱਤੀ ਇੱਥੇ ਕਿ ਨਾਮ ਤੋਂ ਬਿਨਾ ਇਨਸਾਨ ਸਾਰੇ ਸਖਣੇ ਨੇ, ਉਹ ਦੁਹਾਗਣ ਹੋ ਜਾਂਦੀਆਂ ਨੇ ਇਸਤਰੀਆਂ। ਕਿਹੜੀਆਂ? ਜਿਨ੍ਹਾਂ ਦੇ ਕੋਲ ਨਾਮ ਸਿਮਰਨ ਨਹੀਂ, ਜਿਨ੍ਹਾਂ ਕੋ ਬਾਣੀ ਨਹੀਂ, ਜਿਹੜੇ ਆਪਣਾ ਆਪ ਗੁਰੂ ਨੂੰ ਕੁਰਬਾਨ ਨਹੀਂ ਕਰਦੇ। ਕਹਿੰਦੇ ਕਿ ਉਹ ਫਿਰ ਸਾਰੇ ਨੀਵੀਂ ਜਾਤ ਵਾਲੇ। ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਰੱਬ ਦੀ ਬਾਣੀ ਪੜ੍ਹਦੇ ਕਿ ਨਹੀਂ ਪੜ੍ਹਦੇ। ਜੇ ਅਸੀਂ ਸੰਸਾਰ ਦੇ ਵਿੱਚ ਉੱਚੀ ਦਾਤ ਦਾ ਮਾਣ ਰੱਖਦੇ ਹਾਂ, ਪਰ ਆਪਣੇ ਹਿਰਦੇ ਦੇ ਅੰਦਰ ਝਾਤ ਮਾਰ ਕੇ ਦੇਖੀਏ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਖੋਜ ਕੇ ਦੇਖੀਏ, ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਮੈਂ ਉੱਚੀ ਜਾਤ ਵਾਲਾ ਹਾਂ ਕਿ ਨਹੀਂ ਹਾਂ। ਜੇ ਮੈਂ ਰੱਬ ਦੀ ਬਾਣੀ ਪੜ੍ਹਦਾ ਸੰਸਾਰ ਵਿੱਚ, ਭਾਵੇਂ ਮੇਰੀ ਉੱਚੀ ਜਾਤ ਹੈ, ਜੇ ਸਿਮਰਨ ਨਹੀਂ ਹੈ, ਬਾਣੀ ਨਹੀਂ ਹੈ, ਤੇ ਅਸੀਂ ਸਭ ਤੋਂ ਨੀਵੀਂ ਜਾਤ ਵਾਲੇ ਹਾਂ। ਦਾਤਾ ਕਿਰਪਾ ਕਰਨ। ਅਸੀਂ ਜੇ ਬਾਣੀ ਨਹੀਂ ਪੜ੍ਹਦੇ ਤੇ ਦਾਤੇ ਨੇ ਅਖੀਰ ਦੇ ਵਿੱਚ ਇੱਥੇ ਕਿਹਾ ਹੈ ਬਿਸ਼ਟਾ ਕਾ ਕੀੜਾ ਹੋਏ। ਬਿਸ਼ਟਾ ਕਹਿੰਦੇ ਗੰਦਗੀ। ਜਿਨ੍ਹਾਂ ਕੋ ਸਿਮਰਨ ਨਹੀਂ ਹੈ ਨਾ, ਤੇ ਸੱਚ ਜਾਣਿਓ ਅਸੀਂ ਬਿਸ਼ਟਾ ਦੇ ਕੀੜੇ ਬਣ ਜਾਂਦੇ ਆ। ਦਾਤਾ ਕਿਰਪਾ ਕਰਨ ਐਸੀ ਹਾਲਤ ਨਾ ਸਾਡੀ ਬਣੇ, ਅਸੀਂ ਬਾਣੇ ਦੇ ਨਾਲ ਜੁੜ ਜਾਈਏ, ਅਸੀਂ ਉਹ ਵਿਕਾਰਾਂ ਦੀ ਗੰਦਗੀ ਦੇ ਕੀੜੇ ਨਾ ਪਾਈਏ। ਕਿਹੜੀ ਗੰਦਗੀ ਦਾ ਕੀੜਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਦਾ ਕੀੜਾ ਬਣ ਜਾਂਦਾ। ਦਾਤਾ ਕਿਰਪਾ ਕਰਨ ਐਸੀ ਹਾਲਤ ਨਾ ਬਣੇ। ਅਖੀਰ ਦੇ ਵਿੱਚ ਦਾਤੇ ਨੇ ਕੀ ਸਮਝਾਇਆ, ਆਓ ਬਚਨ ਸਰਵਣ ਕਰੀਏ ਜੀ। ਦਾਤਾ ਕਹਿੰਦੇ ਨੇ ਹਾਂ ਹਾਂ ਕਰਦੀ ਸਭ ਫਿਰੈ, ਬਿਨ ਸ਼ਬਦੇ ਹਾਉ ਨਾ ਜਾਏ। ਅਸੀਂ ਸਾਰੇ ਹੀ ਹਉਮੈ ਕਰਕੇ ਸਭ ਤੁਰੇ ਫਿਰਦੇ ਹਾਂ।
ਹਰ ਇੱਕ ਚੀਜ਼ ਨੂੰ ਅਸੀਂ ਆਪਣਾ ਨਾਮ ਉੱਤੇ ਗਿਣਦੇ ਹਾਂ ਕਿ ਮੈਂ ਸਭ ਤੋਂ ਉੱਤਮ ਹਾਂ। ਹਾਂ ਹਾਂ ਕਰਦੀ ਸਭ ਪਿਰੇ, ਸਾਰਾ ਸੰਸਾਰ ਜਿਹੜਾ ਆ ਹਉਮੈ ਦੇ ਵਿੱਚ ਬੱਧਾ ਹੋਇਆ, ਤੇ ਜਿਹੜਾ ਹਉਮੈ ਦੇ ਵਿੱਚ ਬੱਝਾ ਹੈ ਨਾ, ਉਹ ਕਦੀ ਵੀ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਤਾਂ ਖੇਡ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂ, ਜਬ ਆਪਾ ਪਿਰ ਕਾ ਮਿਟ ਗਿਆ, ਜਤ ਗੇ ਤਤ ਦੇਖੂੰ ਜਤ ਦੂੰ। ਮਾਫ ਕਰਨਾ, ਦਾਤੇ ਨੇ ਇੱਥੇ ਸਮਝਾਇਆ ਕਿ ਜਦੋਂ ਹਉਮੈ ਖਤਮ ਹੋ ਜਾਂਦੀ ਏ, ਤੂੰ ਪੈਦਾ ਹੋ ਜਾਂਦੀ ਹੈ। ਦਾਤਾ ਤੇਰਾ ਸਭ ਕੁਝ ਹੈ, ਇਹ ਜੋ ਕੁਝ ਮੈਨੂੰ ਮਿਲਿਆ ਤੇਰਾ ਆ। ਤੇ ਦਾਤਾ ਨੇ ਇੱਥੇ ਸਮਝਾਇਆ, ਹਾਂ ਹਾਂ ਕਰਦੀ ਸਭ ਫਿਰੇ, ਬਿਨ ਸ਼ਬਦੇ ਹਉ ਨਾ ਜਾਏ। ਕਿ ਸੰਸਾਰ ਦੇ ਵਿੱਚ ਸਾਰੇ ਲੋਕ ਹਉਮੈ ਕਰਕੇ ਤੁਰੇ ਫਿਰਦੇ ਨੇ, ਕਿਉਂਕਿ ਕਾਰਨ ਕੀ ਹੈ? ਕਿਉਂਕਿ ਬਿਨ ਸ਼ਬਦੇ ਹਉ ਨਾ ਜਾਏ। ਇਹ ਹਉਮੈ ਐਵੇਂ ਨਹੀਂ ਦੂਰ ਹੋਣੀ। ਜਦੋਂ ਅਸੀਂ ਨਾਮ ਰੂਪੀ ਧਨ ਨੂੰ ਕਮਾਵਾਂਗੇ, ਗੁਰੂ ਦੇ ਸ਼ਬਦ ਨੂੰ ਰੋਜ਼ਾਨਾ ਪੜਾਂਗੇ, ਰੋਜ਼ਾਨਾ ਸਿਮਰਨ ਕਰਾਂਗੇ, ਨਿਤਨੇਮ ਕਰਾਂਗੇ, ਤੇ ਦਾਤਾ ਕਹਿੰਦਾ ਫਿਰ ਇਹ ਜਾ ਕੇ ਹਉਮੈ ਦੂਰ ਹੋਣੀ ਹੈ। ਅਖੀਰ ਦੇ ਵਿੱਚ ਦਾਤੇ ਨੇ ਸਮਝਾਇਆ, ਨਾਨਕ ਨਾਮ ਰਤੇ ਤਿਨ ਹਉਮੈ ਗਈ। हे ਨਾਨਕ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੱਜ ਦੇ ਹੁਕਮ ਦੇ ਵਿੱਚ ਅਖੀਰਲੀ ਪੰਕਤੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕਰਵਾਉਂਦੇ ਨੇ। ਜੇ ਅਸੀਂ ਸੁਹਾਗਣ ਬਣਨਾ ਚਾਹੁੰਦੀਆਂ ਨਾ ਇਸਤਰੀਆਂ, ਤੇ ਦਾਤਾ ਕਹਿੰਦੇ ਕਿ ਨਾਨਕ ਨਾਮ ਰਤੇ ਤਿਨ ਹਉਮੈ ਗਈ। ਜਿਹੜੇ ਨਾਮ ਦੇ ਵਿੱਚ ਰਤ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਇਹ ਲਾਲ ਰੰਗ ਚੜ ਜਾਂਦਾ ਹੈ, ਜਿਨ੍ਹਾਂ ਉੱਤੇ ਬਾਣੀ ਦਾ ਰੰਗ ਚੜ ਜਾਂਦਾ ਆ, ਦਾਤਾ ਕਹਿੰਦੇ ਹਉਮੈ ਰੂਪੀ ਹੰਕਾਰ ਉਹਨਾਂ ਦੇ ਵਿੱਚੋਂ ਖੋ ਜਾਂਦਾ ਆ, ਉਹ ਖਤਮ ਹੋ ਜਾਂਦਾ ਆ। ਉਹ ਫਿਰ ਆਪਣਾ ਆਪ ਗੁਰੂ ਅੱਗੇ ਭੇਟਾ ਕਰ ਦਿੰਦੀਆਂ ਨੇ ਇਸਤਰੀਆਂ। ਕਿਹੜੀਆਂ? ਨਾਨਕ ਨਾਮ ਰਤੇ ਤਿਨ ਹਉਮੈ ਗਈ, ਸੱਚੇ ਰਹੇ ਸਮਾਏ। ਉਹ ਫਿਰ ਸੱਚੇ ਰੰਗ ਦੇ ਵਿੱਚ ਸਮਾ ਜਾਂਦੀਆਂ ਇਸਤਰੀਆਂ। ਸਤਿਗੁਰ ਕਿਰਪਾ ਕਰਨ ਅਸੀਂ ਵੀ ਪਰਮਾਤਮਾ ਦੇ ਚਰਨਾਂ ਨਾਲ ਜੁੜੀਏ, ਰੋਜ਼ਾਨਾ ਸਿਮਰਨ ਬਾਣੀ ਬਾਣੇ ਦੇ ਨਾਲ ਜੁੜੀਏ, ਤਾਂ ਜੋ ਸਾਡਾ ਜੀਵਨ ਸਫਲਾ ਹੋ ਸਕੇ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅਸੀਂ ਅੱਜ ਦੀ ਵਿਚਾਰ ਸ਼ਰਵਣ ਕੀਤੀ। ਗੁਰੂ ਕਿਰਪਾ ਕਰਨ ਅੱਜ ਦਾ ਹੁਕਮ ਸਾਡੀ ਰਸਨਾ ਦੇ ਉੱਤੇ, ਸਾਡੇ ਹਿਰਦੇ ਦੇ ਵਿੱਚ ਆ ਵਸ ਜਾਵੇ। ਅਸੀਂ ਸਾਰੇ ਹੀ ਉਸ ਪਰਮਾਤਮਾ ਨੂੰ ਖੁਸ਼ ਕਰਨ ਲਈ ਲੱਗ ਜਾਈਏ, ਕਿਉਂਕਿ ਇਸ ਸੰਸਾਰ ਤੇ ਆਉਣ ਦਾ ਕਾਰਜ ਸਾਡਾ ਇਹੋ ਹੀ ਹੈ ਕਿ ਅਸੀਂ ਆਪਣੇ ਪਤੀ ਨੂੰ ਖੁਸ਼ ਕਰ ਲਈਏ। ਅਸੀਂ ਜੀਵ ਰੂਪੀਆਂ ਇਸਤਰੀਆਂ ਪਰਮਾਤਮਾ ਨੂੰ ਜਿਸ ਦਿਨ ਖੁਸ਼ ਕਰ ਲਿਆ, ਸਾਡਾ ਇਸ ਸੰਸਾਰ ਤੇ ਆਉਣਾ ਸਫਲਾ ਹੋ ਜਾਣਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਪਿਆਰ ਵਿੱਚ ਭਿੱਜ ਕੇ ਇੱਕ ਵਾਰੀ ਕਹਿ ਦਿਓ ਜੀ, ਵਾਹਿਗੁਰੂ ਜੀ।